हाँ जी, ਅੱਜ ਆਪਾਂ ਨਵੀਂ ਐਜੂਕੇਸ਼ਨ ਪਾਲਿਸੀ ਬਾਰੇ ਗੱਲ ਕਰਨ ਜਾ ਰਹੇ ਹਾਂ। 10ਵੀਂ ਤੋਂ ਬਾਅਦ ਬੋਰਡ ਦੇ ਐਗਜ਼ਾਮ ਹੋਣਗੇ ਜਾਂ ਨਹੀਂ ਹੋਣਗੇ, ਜੇ ਐਗਜ਼ਾਮ ਹੋਣਗੇ ਕਿੱਦਾਂ ਦੇ ਹੋਣਗੇ, ਕਿੰਨੇ ਵਾਰ ਐਗਜ਼ਾਮ ਹੋਣਗੇ, 12ਵੀਂ ਤੋਂ ਬਾਅਦ ਵੀ ਕੀ ਕੁਝ ਹੋਊਗਾ, ਤਾਂ ਇਹ ਸਾਰੀਆਂ ਗੱਲਾਂ ਕਰਾਂਗੇ ਅੱਜ ਆਪਾਂ। ਜੇ ਇਸ ਤਰੀਕੇ ਦੀਆਂ ਹੋਰ ਇੰਟਰਸਟਿੰਗ ਵੀਡੀਓਜ਼ ਦੇਖਣੀਆਂ ਨੇ ਤੁਸੀਂ ਤਾਂ ਆਈ ਬਟਨ ਤੇ ਕਲਿੱਕ ਕਰਕੇ ਦੇਖ ਸਕਦੇ ਹੋ, ਸਾਡੇ ਚੈਨਲ ਨੂੰ ਸ਼ੇਅਰ ਐਂਡ ਸਬਸਕ੍ਰਾਈਬ ਕਰ ਸਕਦੇ ਹੋ। ਤਾਂ ਹਾਂਜੀ, ਹੁਣ ਆਪਾਂ ਗੱਲ ਕਰਨ ਜਾ ਰਹੇ ਹਾਂ ਨਿਊ ਐਜੂਕੇਸ਼ਨ ਪਾਲਿਸੀ ਜਾਂ ਆਪਣੀ ਸਿੱਖਿਆ ਨੀਤੀ ਦੀ ਗੱਲ ਕਰਨ ਜਾ ਰਹੇ ਹਾਂ। ਤਾਂ ਸਿੱਖਿਆ ਨੀਤੀ ਦਾ ਮਤਲਬ ਇਹ ਆ ਕਿ ਸਕੂਲ ਇੱਕ ਦੇਸ਼ ਦੇ ਵਿੱਚ ਕਿਵੇਂ ਚੱਲਣਗੇ, ਉਹ ਸਿੱਖਿਆ ਨੀਤੀ ਆ। ਸਕੂਲ ਕਿਵੇਂ ਚੱਲਣਗੇ, ਕਿੰਨੀਆਂ ਕਲਾਸਾਂ ਹੋਣਗੀਆਂ, ਜਵਾਕ ਕਿੰਨੇ ਸਾਲ ਕਿਹੜਾ ਸਬਜੈਕਟ ਪੜੂਗਾ, ਕੀ ਕੁਝ ਪੜੂਗਾ, ਇਹ ਸਾਰਾ ਕੁਝ ਸਿੱਖਿਆ ਨੀਤੀ ਦੇ ਅੰਡਰ ਆਉਂਦਾ। ਹਾਲੇ ਤੱਕ 3 ਵਾਰ ਸਿੱਖਿਆ ਨੀਤੀਆਂ ਬਣ ਚੁੱਕੀਆਂ ਨੇ, ਜੇ ਇਹਨੂੰ ਵੀ ਮਿਲਾ ਲਈਏ ਆਪਾਂ ਆਪਣੇ ਦੇਸ਼ ਦੇ ਵਿੱਚ। ਪਹਿਲੀ 1968 ਦੇ ਵਿੱਚ ਬਣੀ ਸੀ 1968, ਦੂਸਰੀ 1986 ਦੇ ਵਿੱਚ ਬਣੀ ਸੀ। ਉਸ ਤੋਂ ਬਾਅਦ 1992 ਦੇ ਵਿੱਚ 1992 ਦੇ ਵਿੱਚ ਥੋੜਾ ਜਿਹਾ ਬਦਲਾਅ ਕੀਤਾ ਗਿਆ ਸੀ। ਉਸ ਤੋਂ ਬਾਅਦ ਅੱਜ ਜਿਹੜੀ ਸਹੀ ਮਤਲਬ 34 ਸਾਲ ਬਾਅਦ ਨਵੀਂ ਸਿੱਖਿਆ ਨੀਤੀ ਬਣੀ ਆ, ਜਿਹਨੂੰ ਆਪਾਂ ਅੱਜ ਦੀ ਨਿਊ ਐਜੂਕੇਸ਼ਨ ਪਾਲਿਸੀ ਕਹਿ ਰਹੇ ਹਾਂ 2020। ਇਹਨੂੰ ਬਣਾਉਣ ਦੇ ਵੀ 4-5 ਸਾਲ ਲੱਗ ਗਏ। 2016 ਤੋਂ ਬਣਨੀ ਸਟਾਰਟ ਹੋਈ ਸੀ ਜਿਹੜੀ ਕਮੇਟੀ ਬਣਾਈ ਸੀਗੀ, ਤੇ ਜਿਹੜੇ ਇਹਦੇ ਹੈੱਡ ਸੀਗੇ ਕਸਤੂਰੀ ਰੰਗਨ ਜੀ, ਉਹ ਇਸਰੋ ਦੇ ਚੇਅਰਮੈਨ ਰਹੇ ਹੋਏ ਨੇ ਪਹਿਲਾਂ। ਤਾਂ ਹੁਣ ਗੱਲ ਕਰਨ ਜਾ ਰਹੇ ਹਾਂ ਵੀ ਇਹਦੇ ਕੀ ਬਦਲਾਅ ਹੋਣਗੇ, ਕੀ ਬਦਲਾਅ ਨੇ। ਤਾਂ ਪਹਿਲੀ ਗੱਲ, ਸਭ ਤੋਂ ਪਹਿਲਾਂ ਸ਼ੁਰੂ ਤੋਂ ਸਟਾਰਟ ਕਰਦੇ ਆ। ਤਾਂ ਪਹਿਲੀ ਗੱਲ ਤਾਂ ਪਹਿਲਾਂ ਜਿਹੜੇ ਸਰਕਾਰੀ ਸਕੂਲ ਨੇ ਉਹਨਾਂ ਦੇ ਵਿੱਚ ਨਰਸਰੀ KG ਕਲਾਸ ਨਹੀਂ ਹੁੰਦੀ, ਸਿੱਧੀ ਫਸਟ ਕਲਾਸ ਤੋਂ ਸਟੱਡੀ ਸਟਾਰਟ ਹੁੰਦੀ ਸੀ। ਪਹਿਲੀ ਕਲਾਸ ਤੋਂ ਲੈ ਕੇ ਅੱਗੇ ਸਟੱਡੀ ਸਟਾਰਟ ਹੁੰਦੀ ਸੀ। ਤਾਂ ਹੁਣ ਜਿਹੜੇ ਉਹ ਸਕੂਲਾਂ ਦੇ ਵਿੱਚ ਨਰਸਰੀ KG ਕਲਾਸ ਵੀ ਸਟਾਰਟ ਹੋਊਗੀ ਸਰਕਾਰੀ ਸਕੂਲਾਂ ਦੇ ਵਿੱਚ। ਪ੍ਰਾਈਵੇਟ ਸਕੂਲਾਂ ਦੇ ਤਾਂ ਪਹਿਲਾਂ ਵੀ ਚੱਲਦਾ ਸੀਗਾ, ਤਾਂ ਕੋਈ ਬੜਾ ਫਰਕ ਨਹੀਂ ਲੱਗਦਾ, ਪਰ ਸਰਕਾਰੀ ਸਕੂਲਾਂ ਦੇ ਵਿੱਚ ਵੀ ਇਹ ਕਲਾਸਾਂ ਸਟਾਰਟ ਹੋਣਗੀਆਂ। ਪਰ ਸਰਕਾਰੀ ਸਕੂਲਾਂ ਦੇ ਵਿੱਚ ਆਂਗਣਵਾੜੀ ਦੇ ਰਾਹੀਂ ਇਹ ਸਟਾਰਟ ਹੋਣਗੀਆਂ, ਮਤਲਬ ਆਂਗਣਵਾੜੀ ਦੇ ਵਿੱਚ 2 ਸਾਲ ਲਵਾਏ ਜਾਣਗੇ ਨਰਸਰੀ KG, ਉਹ ਵੀ ਵਿੱਚ ਆਊਗਾ, ਸਕੂਲ ਦੇ ਵਿੱਚ ਮੰਨੇ ਜਾਣਗੇ। ਤਾਂ ਉਸ ਤੋਂ ਬਾਅਦ ਮਤਲਬ 5ਵੀਂ ਤੱਕ ਤਾਂ ਹੁਣ ਕੋਈ ਚੇਂਜ ਨਹੀਂ ਹੈਗਾ। ਹੁਣ ਗੱਲ ਕਰਦੇ 6ਵੀਂ ਤੋਂ 8ਵੀਂ ਦੀ। 6ਵੀਂ ਤੋਂ 8ਵੀਂ ਦੇ ਵਿੱਚ ਮਤਲਬ ਇਕੱਲਾ ਇਹ ਨਹੀਂ ਹੈਗਾ ਕਿ ਕਿਤਾਬਾਂ ਪੜ੍ਹੀਆਂ ਜਾਣਗੀਆਂ, ਪੇਪਰ ਹੋਣਗੇ, ਬਸ ਨੰਬਰ ਲੱਗ ਜਾਣਗੇ। ਉਹਦੇ ਨਾਲ ਕੁਝ 10-15 ਦਿਨ ਸਕੂਲ ਦੇ ਵਿੱਚ ਇਦਾਂ ਰੱਖੇ ਜਾਣਗੇ ਜਿੱਦਾਂ ਜਵਾਕ ਕੋਈ ਨਾ ਕੋਈ ਕੰਮ ਸਿੱਖਣਗੇ। ਕੰਮ ਮਤਲਬ ਕੋਈ ਵੀ ਹੋ ਸਕਦਾ, ਕੋਈ ਵੀ ਕਾਰਪੈਂਟਰੀ ਦਾ ਕੰਮ ਹੋ ਸਕਦਾ, ਕੋਈ ਵੀ ਮਕੈਨਿਕ ਦਾ ਕੰਮ ਹੋ ਸਕਦਾ, ਅਲੱਗ-ਅਲੱਗ ਤਰ੍ਹਾਂ ਦੇ ਕੰਮ ਹੋਣਗੇ ਜਿਹੜੇ 10-15 ਦਿਨ ਜਵਾਕਾਂ ਨੂੰ ਸਿਖਾਏ ਜਾਣਗੇ ਕਿ ਇਹ ਕੰਮ ਕਿਵੇਂ ਹੁੰਦੇ ਆ 6ਵੀਂ ਤੋਂ 8ਵੀਂ ਤੱਕ। ਤੇ ਉਸ ਤੋਂ ਬਾਅਦ ਗੱਲ ਆਉਂਦੀ ਹੈ 9th ਦੀ। 9th ਤੋਂ 12 ਤੱਕ ਉਹ ਕੀ ਹੋਊਗਾ, +2 ਤੱਕ ਕੀ ਹੋਊਗਾ। 9 ਤੋਂ +2 ਤੱਕ ਕੀ ਹੋਊਗਾ, 9th ਦੇ ਵਿੱਚ ਜਿਹੜੀ ਚੁਆਇਸ ਆਪਣੇ ਲਵੇ ਪਹਿਲਾਂ 10ਵੀਂ ਤੋਂ ਬਾਅਦ ਆਉਂਦੀ ਸੀ ਕਿ ਤੁਸੀਂ ਕਿਹੜੇ ਸਬਜੈਕਟ ਲੈਣੇ ਆ, ਕੀ ਕੁਝ ਪੜ੍ਹਨਾ, ਆਰਟਸ ਪੜ੍ਹਨੀ ਆ, ਸਾਇੰਸ ਪੜ੍ਹਨੀ ਆ, ਕਮਰਸ ਪੜ੍ਹਨੀ ਆ, ਕੀ ਕੁਝ ਪੜ੍ਹਨਾ, ਉਹ ਚੁਆਇਸ ਆਪਣੇ ਲਵੇ 9th ਕਲਾਸ ਦੇ ਵਿੱਚ ਹੋਊਗੀ। 9th ਕਲਾਸ ਦੇ ਵਿੱਚੋਂ ਬਾਕੀ ਸਬਜੈਕਟ ਪੜ੍ਹਨੇ ਜ਼ਰੂਰੀ ਨਹੀਂ ਹੈਗੇ, ਤਾਂ 9th ਕਲਾਸ ਦੇ ਵਿੱਚ ਆਪਣੇ ਕੋਲ ਚੁਆਇਸ ਹੋਊਗੀ ਕਿ ਕੀ ਕੁਝ ਪੜ੍ਹਨਾ। ਚੁਆਇਸ ਕਿਵੇਂ ਹੋਊਗੀ ਕਿ ਤੁਸੀਂ ਕਿਹੜਾ ਸਬਜੈਕਟ ਪੜ੍ਹਨਾ ਚਾਹੁੰਦੇ ਹੋ, ਉਹਦਾ ਵੀ ਹੁਣ ਗਾਹਾਂ ਇਕੱਲਾ ਇਹ ਨਹੀਂ ਹੈਗਾ ਕਿਹੜਾ ਸਬਜੈਕਟ ਪੜ੍ਹਨਾ ਚਾਹੁੰਦੇ ਹੋ, ਉਹਦਾ ਗਾਹਾਂ ਕਿਹੜਾ ਲੈਵਲ ਪੜ੍ਹਨਾ ਚਾਹੁੰਦੇ ਹੋ। ਫੋਰ ਐਗਜ਼ਾਮਪਲ ਤੁਸੀਂ ਸੋਚ ਲਿਆ ਵੀ 9th ਦੇ ਵਿੱਚ ਤੁਸੀਂ ਮੈਥ ਪੜ੍ਹਨਾ, ਤਾਂ 9th ਦੇ ਵਿੱਚ ਜੇ ਤੁਸੀਂ ਮੈਥ ਪੜ੍ਹਨਾ ਚਾਹੁੰਦੇ ਹੋ ਉਹ ਠੀਕ ਆ। ਹੁਣ ਮੈਥ ਕਿਹੜੇ ਲੈਵਲ ਦਾ, ਐਡਵਾਂਸ ਲੈਵਲ ਦਾ ਪੜ੍ਹਨਾ ਚਾਹੁੰਦੇ ਹੋ ਜਾਂ ਬੇਸਿਕ ਲੈਵਲ ਦਾ ਪੜ੍ਹਨਾ ਚਾਹੁੰਦੇ ਹੋ। ਜੇ ਤੁਸੀਂ ਐਡਵਾਂਸ ਲੈਵਲ ਦਾ ਮੈਥ ਪੜ੍ਹਨਾ ਚਾਹੁੰਦੇ ਹੋ ਤਾਂ ਕੀ ਹੈਗਾ, ਤੁਹਾਨੂੰ ਐਡਵਾਂਸ ਲੈਵਲ ਦਿੱਤਾ ਜਾਊਗਾ। ਜੇ ਬੇਸਿਕ ਲੈਵਲ ਦਾ ਪੜ੍ਹਨਾ ਚਾਹੁੰਦੇ ਹੋ ਬੇਸਿਕ ਲੈਵਲ ਦਾ। ਹੁਣ ਫੋਰ ਐਗਜ਼ਾਮਪਲ ਇਹਦਾ ਮਤਲਬ ਕੀ ਹੈਗਾ, ਕੀ ਗੱਲ ਆ, ਜੇ ਮੰਨ ਲਓ ਕਿਸੇ ਨੇ ਬੰਦੇ ਨੇ ਸੋਚ ਲਿਆ ਵੀ ਮੈਂ ਤਾਂ ਫੋਟੋਗ੍ਰਾਫਰ ਬਣਨਾ ਹੈਗਾ, ਮੈਂ ਤਾਂ ਇਹੋ ਜਿਹਾ ਕੰਮ ਕਰਨਾ, ਜਾਂ ਮੈਂ ਤਾਂ ਕਾਰਪੇਂਟਰ ਬਣਨਾ, ਕੁਝ ਵੀ ਮਤਲਬ ਅਲੱਗ ਸੋਚ ਲਿਆ ਜਿਹ 'ਚ ਮੈਥ ਦੀ ਬਿਲਕੁਲ ਲੋੜ ਨਹੀਂ ਹੈਗੀ, ਤਾਂ ਉਹ ਕੀ ਕਰੂਗਾ 9th 10th ਦੇ ਵਿੱਚ ਬੇਸਿਕ 10th ਦਾ ਬੋਰਡ ਦਾ ਐਗਜ਼ਾਮ ਹੋਊਗਾ, ਉੱਥੇ ਬੇਸਿਕ ਮੈਥ ਲਊਗਾ, ਉਹਨੂੰ ਪਾਸ ਕਰੂਗਾ, ਤਾਂ ਉਹਨੂੰ ਮੁੜ ਕੇ ਲੋੜ ਹੀ ਨਹੀਂ ਹੈਗੀ ਸਾਰੀ ਲਾਈਫ ਦੇ ਵਿੱਚ ਮੈਥ ਦੀ, ਤਾਂ ਉਹ ਆਰਾਮ ਨਾਲ ਪਾਸ ਹੋ ਸਕਦਾ। ਹੁਣ 10th ਦੇ ਵਿੱਚ ਬੋਰਡ ਦੇ ਐਗਜ਼ਾਮ ਵੀ ਅੱਗੇ 2 ਵਾਰ ਹੋਣਗੇ, ਮਤਲਬ 2 ਵਾਰ ਹੋਣਗੇ। ਉਹਨਾਂ ਚੋਂ ਜਿਹੜਾ ਰਿਜ਼ਲਟ ਵਧੀਆ ਆ ਗਿਆ ਸਟੂਡੈਂਟ, ਉਹਨਾਂ ਦੋਹਾਂ ਚੋਂ ਕੋਈ ਵੀ ਰੱਖ ਸਕਦਾ। 2 ਵਾਰ ਐਗਜ਼ਾਮ ਹੋਣਗੇ ਬੋਰਡ ਦੇ, ਤਾਂ ਇਹ ਚੁਆਇਸ ਹੋਊਗੀ ਸਟੂਡੈਂਟ ਲਈ। ਉਵੇਂ ਸਮੇਂ ਹੁਣ 9th ਦੇ ਵਿੱਚ ਚੁਆਇਸ ਸੀ, +1 +2 ਦੇ ਵਿੱਚ ਚੁਆਇਸ ਹੋਊਗੀ। ਪਹਿਲਾਂ ਕੀ ਸੀਗਾ, ਜੇ ਸਾਇੰਸ ਸਟਰੀਮ ਲੈ ਲਿਆ ਤਾਂ ਉਹਨੂੰ ਫਿਜ਼ਿਕਸ, ਕੈਮਿਸਟਰੀ, ਮੈਥ ਪੜ੍ਹਨਾ ਪੈਂਦਾ ਸੀਗਾ, ਨਾਲ ਪੰਜਾਬੀ ਇੰਗਲਿਸ਼ ਹੁੰਦੇ ਸੀਗੇ। ਜੇ ਨਾਰਮਲੀ ਦੇਖੀਏ, ਜੇ ਪੰਜਾਬ ਬੋਰਡ ਦੀ ਗੱਲ ਕਰੀਏ, CBSE ਦੇ ਵਿੱਚ ਵੀ ਮਤਲਬ ਫਿਜ਼ਿਕਸ, ਕੈਮਿਸਟਰੀ, ਮੈਥ ਤਾਂ ਪੜ੍ਹਨਾ ਜ਼ਰੂਰੀ ਸੀਗਾ, ਇਹ 3 ਸਬਜੈਕਟ ਪੜ੍ਹਨੇ ਜ਼ਰੂਰੀ ਹੁੰਦੇ ਸੀ। ਹੁਣ ਇਹੋ ਜਿਹਾ ਕੁਝ ਨਹੀਂ ਹੈਗਾ। ਜੇ ਮੰਨ ਲਓ ਤੁਸੀਂ ਸਾਇੰਸ ਲੈ ਕੇ ਨਾਲ ਕੁਝ ਹੋਰ ਮੰਨ ਲਓ ਹਿਸਟਰੀ ਪੜ੍ਹਨਾ ਚਾਹੁੰਦੇ ਹੋ ਤਾਂ ਪੜ੍ਹ ਸਕਦੇ ਹੋ। ਕੈਮਿਸਟਰੀ ਦੇ ਨਾਲ ਹਿਸਟਰੀ ਪੜ੍ਹੀ ਜਾ ਸਕਦੀ ਹੈ, ਕੋਈ ਪ੍ਰੋਬਲਮ ਨਹੀਂ ਹੈਗੀ। ਫਿਜ਼ਿਕਸ ਦੇ ਨਾਲ ਸਿਵਿਕਸ ਪੜ੍ਹੀ ਜਾ ਸਕਦੀ ਹੈ। ਮਤਲਬ ਜਿਹੜਾ ਮਰਜ਼ੀ ਸਬਜੈਕਟ ਤੁਸੀਂ, ਮਤਲਬ ਕੋਈ ਫਰਕ ਨਹੀਂ ਪੈਂਦਾ, ਉਹ ਸਾਇੰਸ ਸਟਰੀਮ ਦਾ, ਕਮਰਸ ਸਟਰੀਮ ਦਾ, ਇਕਨੋਮਿਕਸ ਪੜ੍ਹੀ ਜਾ ਸਕਦੀ ਹੈ ਵਿਦ ਫਿਜ਼ਿਕਸ, ਤਾਂ ਕੋਈ ਫਰਕ ਨਹੀਂ ਪੈਂਦਾ ਕਿਹੜੀ ਸਟਰੀਮ ਦਾ ਸਬਜੈਕਟ ਆ, ਉਹ ਤੁਸੀਂ ਕੋਈ ਵੀ ਸਬਜੈਕਟ ਪੜ੍ਹ ਸਕਦੇ ਹੋ। ਤਾਂ ਹੁਣ ਇਹ +2 ਲੈਵਲ ਤੱਕ ਦਾ ਹੋ ਗਿਆ। +2 ਦੇ ਵਿੱਚ ਸੇਮ ਉਹੀ 2 ਤਰੀਕੇ ਨਾਲ ਐਗਜ਼ਾਮ ਹੋਣਗੇ, 2 ਐਗਜ਼ਾਮ ਹੋਣਗੇ, ਤੇ ਇਹ ਮਤਲਬ ਕਿਹੜੇ ਮਰਜ਼ੀ ਉਹਨਾਂ ਚੋਂ ਜਿੰਨਾਂ ਚੋਂ ਵੱਧ ਨੰਬਰ ਆਏ ਤਾਂ ਉਹ ਜਵਾਕ ਰੱਖ ਸਕਦਾ। ਹੁਣ ਗੱਲ ਆਉਂਦੀ ਅੱਗੇ ਕਾਲਜ ਲੈਵਲ ਦੀ। ਕਾਲਜ ਲੈਵਲ ਤੇ ਕੀ ਕੁਝ ਹੋਊਗਾ। ਕਾਲਜ ਲੈਵਲ ਦੇ ਵਿੱਚ ਪਹਿਲਾਂ ਇਹ ਸੀਗਾ, ਮੰਨ ਲਓ ਜੇ 1 ਸਾਲ ਆਪਾਂ ਨੇ ਲਾਤਾ ਕਾਲਜ ਦੇ ਵਿੱਚ ਤਾਂ ਉਹ ਖਰਾਬ ਮੰਨਿਆ ਜਾਊਗਾ।
ਮਤਲਬ ਕਿ 1 ਸਾਲ ਲਾਤਾ ਆਪਾਂ ਨੇ, ਉਦੋਂ ਬਾਅਦ ਕੋਰਸ ਚੇਂਜ ਕਰ ਲਿਆ ਤਾਂ ਉਹ 1 ਸਾਲ ਖਰਾਬ ਮੰਨਿਆ ਜਾਊਗਾ, ਆਪਾਂ ਨੂੰ ਕੋਈ ਫਾਇਦਾ ਨਹੀਂ ਦਿੰਦਾ। ਹੁਣ ਉਹ 1 ਸਾਲ ਜੇ ਮੰਨ ਲਓ ਤੁਸੀਂ ਪਹਿਲਾਂ ਬੀਏ ਦੇ ਵਿੱਚ ਐਡਮਿਸ਼ਨ ਲੈ ਲਈ, ਬਾਅਦ ਦੇ ਵਿੱਚ ਬੀਐਸਸੀ ਕਰਨਾ ਚਾਹੁੰਦੇ, ਜਾਂ ਪਹਿਲਾਂ ਬੀਐਸਸੀ ਦੇ ਵਿੱਚ ਐਡਮਿਸ਼ਨ ਲੈ ਲਈ, ਫੋਰ ਐਗਜ਼ਾਮਪਲ ਬੀਐਸਸੀ ਨਾਨ ਮੈਡੀਕਲ ਦੇ ਵਿੱਚ ਐਡਮਿਸ਼ਨ ਲੈ ਲਈ, ਬਾਅਦ ਦੇ ਵਿੱਚ 1 ਸਾਲ ਬਾਅਦ ਤੁਹਾਨੂੰ ਪਤਾ ਲੱਗਿਆ ਵੀ ਤੁਹਾਡੇ ਬਸ ਦੀ ਗੱਲ ਨਹੀਂ ਹੈਗੀ, ਤੁਸੀਂ ਕੁਝ ਹੋਰ ਚੇਂਜ ਕਰਨਾ ਚਾਹੁੰਦੇ ਹੋ, ਤਾਂ ਜੇ 1 ਸਾਲ ਦੇ ਤੁਸੀਂ ਐਗਜ਼ਾਮ ਪਾਸ ਕਰ ਗਏ ਤਾਂ ਉਹ 1 ਸਾਲ ਦਾ ਤੁਹਾਨੂੰ ਸਰਟੀਫਿਕੇਟ ਦਿੱਤਾ ਜਾਊਗਾ। ਬਾਅਦ ਦੇ ਵਿੱਚ ਤੁਸੀਂ ਬੀਏ ਆਰਟਸ ਨਾਲ ਕਰਨੀ ਹੈ ਤਾਂ ਉਹ ਕਰ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਹੈਗੀ, ਉਹ ਖਰਾਬ ਨਹੀਂ ਮੰਨੇ ਜਾਣਗੇ। ਇੰਨੀ ਕੁ ਗੱਲ ਕਲੀਅਰ। ਹੁਣ ਨਾਲ ਦੀ ਨਾਲ ਐਡਵਾਂਸ ਲੈਵਲ ਤੇ ਦੇਖੀਏ, ਕਾਲਜ ਲੈਵਲ ਤੇ 2 ਤਰ੍ਹਾਂ ਦੇ ਕੋਰਸ ਹੋਣਗੇ। ਇੱਕ ਤਾਂ ਜਿਹੜਾ ਹੁਣ ਚੱਲ ਰਿਹਾ 3 ਸਾਲ ਦਾ ਕੋਰਸ ਹੋਊਗਾ, ਉਦੋਂ ਬਾਅਦ 2 ਸਾਲ ਦੀ ਐਮਐਸਸੀ ਹੋਊਗੀ, ਜਾਂ ਜੇ ਹੁਣ ਬੀਐਸਸੀ ਕਰੀਏ 3 ਸਾਲ ਦੀ ਜਵਾਕ ਨੇ ਤਾਂ 2 ਸਾਲ ਦੀ ਐਮਐਸਸੀ ਹੋਊ, ਫਿਰ ਪੀਐਚਡੀ ਹੋਊ। ਐਵੇਂ ਜੇ 3 ਸਾਲ ਦੀ ਬੀਏ ਕਰੀਏ 2 ਸਾਲ ਦੀ ਐਮਏ ਹੋਊ, ਫਿਰ ਪੀਐਚਡੀ ਹੋਊ। ਇਹ ਤਾਂ ਹੁਣ ਵੀ ਇਹੀ ਚੱਲ ਰਿਹਾ ਸਿਸਟਮ, ਇਹ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ। ਪਰ ਜੇ ਮੰਨ ਲਓ ਜਵਾਕ 4 ਸਾਲ ਦੀ ਬੀਏ ਕਰਦਾ, ਉਹਦੀ ਮਰਜ਼ੀ ਹੋਊਗੀ, ਉਹ 4 ਸਾਲ ਦੀ ਬੀਏ ਵੀ ਕਰ ਸਕਦਾ। ਜੇ 4 ਸਾਲ ਦੀ ਬੀਏ ਕਰਦਾ ਤਾਂ ਐਮਏ ਜਾਂ ਐਮਐਸਸੀ ਉਹਦੇ ਲਈ 1 ਸਾਲ ਦੀ ਹੋ ਜੂਗੀ, ਉਦੋਂ ਬਾਅਦ ਡਾਇਰੈਕਟ ਉਹ ਪੀਐਚਡੀ ਚ ਐਡਮਿਸ਼ਨ ਲੈ ਸਕਦਾ। ਜਾਂ ਜੇ ਮੰਨ ਲਓ ਕਿਸੇ ਨੇ ਟੀਚਰ ਬਣਨਾ, ਹੁਣ ਕੀ ਕਰਦਾ 3 ਸਾਲ ਦੀ ਬੀਏ, ਫਿਰ 2 ਸਾਲ ਦੀ ਬੀਐਸਸੀ, ਫਿਰ ਅੱਗੇ 3 ਸਾਲ ਦੀ ਬੀਐਸਸੀ, ਫਿਰ 2 ਸਾਲ ਦੀ ਬੀਐਡ, ਫਿਰ ਅੱਗੇ ਜਾਂਦਾ ਤਾਂ ਉਹ ਸਿੱਧਾ 4 ਸਾਲਾਂ ਦਾ ਇੱਕ ਕੋਰਸ ਕਰ ਸਕਦਾ, ਬੀਐਸਸੀ ਬੀਐਡ ਇੰਟੀਗ੍ਰੇਟਡ ਕੋਰਸ, ਤਾਂ ਉਹ ਸਿੱਧਾ ਟੀਚਿੰਗ ਲੈਵਲ 'ਚ ਜਾ ਕੇ 1 ਸਾਲ ਆਪਦਾ ਬਚਾ ਸਕਦਾ। ਤਾਂ ਇਸ ਤਰੀਕੇ ਨਾਲ ਇਹ ਸਾਰਾ ਸਿਸਟਮ ਕੰਮ ਕਰੂਗਾ। ਮਤਲਬ ਕੀ ਹੈ, ਜੇ ਤਾਂ ਤੁਸੀਂ ਪਹਿਲਾਂ 4 ਸਾਲ ਦਾ ਕੋਰਸ ਕਰ ਲਿਆ ਤਾਂ ਜਿਹੜਾ ਤੁਹਾਡੀ ਮਾਸਟਰ ਡਿਗਰੀ ਆ ਉਹ 1 ਸਾਲ ਦੀ ਹੋਊਗੀ। ਜੇ ਪਹਿਲਾਂ ਤੁਸੀਂ 3 ਸਾਲ ਦਾ ਕੋਰਸ ਕਰਿਆ ਫਿਰ ਮਾਸਟਰ ਡਿਗਰੀ 2 ਸਾਲ ਦੀ ਹੋਊਗੀ। ਮਰਜ਼ੀ ਤੁਹਾਡੀ ਹੈ ਰੱਖਣਾ ਕਿਹੜਾ, ਉਹ ਸਾਰੀ ਸਟੂਡੈਂਟ ਦੀ ਮਰਜ਼ੀ ਹੋਊਗੀ। ਹੁਣ ਰਿਸਰਚ ਵਰਕ ਐਡ ਕੀਤਾ ਜਾਊਗਾ, ਐਮਏ ਲੈਵਲ ਤੇ ਆ ਜਾਣੇ, ਐਮਏ ਐਮਐਸਸੀ ਤੇ ਰਿਸਰਚ ਵਰਕ ਐਡ ਕੀਤਾ ਜਾਊਗਾ ਮਾਸਟਰ ਡਿਗਰੀ ਦੇ ਵਿੱਚ। ਪਹਿਲਾਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜੇ ਆਪਾਂ ਦੇਖਦੇ ਹਾਂ ਤਾਂ ਰਿਸਰਚ ਵਰਕ ਨਹੀਂ ਐਡ ਹੈਗਾ, ਤਾਂ ਰਿਸਰਚ ਵਰਕ ਐਡ ਕੀਤਾ ਜਾਊਗਾ ਐਮਏ ਜਾਂ ਐਮਐਸਸੀ ਦੇ ਵਿੱਚ। ਵੈਸੇ ਸੈਂਟਰ ਦੀ ਯੂਨੀਵਰਸਿਟੀ ਜਿਵੇਂ ਪੀਯੂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਉੱਥੇ ਤਾਂ ਰਿਸਰਚ ਵਰਕ ਸੈਕੰਡ ਈਅਰ 'ਚ ਹੁੰਦਾ ਹੀ ਐਮਏ ਜਾਂ ਐਮਐਸਸੀ 'ਚ, ਬਟ ਇੱਥੇ ਵੀ ਐਡ ਕੀਤਾ ਜਾਊ। ਤੇ ਐਮਫਿਲ ਦੀ ਜਿਹੜੀ ਡਿਗਰੀ ਆ ਉਹ ਖਤਮ ਕਰ ਦਿੱਤੀ ਜਾਊਗੀ। ਹੁਣ ਇਹਦੇ ਬਾਅਦ ਗੱਲ ਆਉਂਦੀ ਹੈ ਇਹ ਸਾਰੇ ਲਾਗੂ ਕਦੋਂ ਤੱਕ ਹੋਣਗੇ ਸਾਰਾ ਸਿਸਟਮ। ਇਹ ਜਿਹੜਾ ਘੱਟੋ ਘੱਟ 2 ਜਾਂ 3 ਸਾਲ ਲੱਗਣਗੇ ਇਹਨੂੰ ਲਾਗੂ ਹੋਣ ਤੇ, ਇਹ ਨਹੀਂ ਹੈਗਾ ਕਿ ਅਗਲੇ ਸਾਲ ਤੋਂ ਹੀ ਲਾਗੂ ਹੋ ਜੂ। ਘੱਟੋ ਘੱਟ 2 ਜਾਂ 3 ਸਾਲ ਲੱਗਣਗੇ। ਜੇ ਸਰਕਾਰ ਹੀ ਬੜਾ ਫਾਸਟ ਫਾਰਵਰਡ ਹੋਈ ਤਾਂ ਗੱਲ ਹੋਰ ਆ, ਅਦਰਵਾਈਜ਼ 2 ਤੋਂ 3 ਸਾਲ ਦਾ ਘੱਟੋ ਘੱਟ ਨੇ। ਤੇ ਇੱਕ ਹੋਰ ਛੋਟੀ ਜਿਹੀ ਚੀਜ਼ ਆ, ਹਲੇ ਵੈਸੇ ਉਹ ਆਪਣੇ ਕੰਮ ਦੀ ਨਹੀਂ ਹੈਗੀ, 2030 ਜਾਂ 40 ਤੱਕ ਜਿਵੇਂ ਹੁਣ ਇੱਕ ਕਾਲਜ ਆ, ਕੋਈ ਵੀ ਕਾਲਜ ਅੱਗੇ ਯੂਨੀਵਰਸਿਟੀ ਨਾਲ ਐਸੋਸੀਏਟਡ ਹੁੰਦਾ, ਜਿਵੇਂ ਆਪਾਂ ਕੋਈ ਵੀ ਪੜ੍ਹ ਰਹੇ ਹਾਂ ਪੰਜਾਬ ਦੇ ਵਿੱਚ ਪੜ੍ਹ ਰਹੇ ਹਾਂ ਤਾਂ ਪੰਜਾਬੀ ਯੂਨੀਵਰਸਿਟੀ ਨਾਲ ਐਸੋਸੀਏਟਡ ਹੋਊਗਾ, ਉਹਦਾ ਐਸੋਸੀਏਟਡ ਹੋਣਾ ਜ਼ਰੂਰੀ ਆ। ਪਰ ਫਿਊਚਰ ਦੇ ਵਿੱਚ ਕੀ ਹੋਊਗਾ, ਇੱਕ ਕਾਲਜ ਆਪਦੀ ਡਿਗਰੀ ਦੇ ਸਕਦਾ, ਉਹਦਾ ਕਿਸੇ ਵੀ ਹੋਰ ਯੂਨੀਵਰਸਿਟੀ ਦੇ ਨਾਲ ਐਸੋਸੀਏਟਡ ਹੋਣਾ ਜ਼ਰੂਰੀ ਨਹੀਂ ਹੈਗਾ, ਉਹਦੀ ਡਿਗਰੀ ਵੀ ਮੰਨੀ ਜਾਊਗੀ ਜਿਵੇਂ ਪੰਜਾਬੀ ਯੂਨੀਵਰਸਿਟੀ ਦੀ ਮੰਨੀ ਜਾਊ। ਤਾਂ ਇਸ ਤਰੀਕੇ ਨਾਲ ਕੰਮ ਚੱਲੂ। ਤਾਂ ਇਹ ਸਾਰਾ ਓਵਰਆਲ ਜਿਹੜਾ ਸਾਰਾ ਸਿਸਟਮ ਸੀਗਾ ਨਰਸਰੀ ਤੋਂ ਲੈ ਕੇ ਆਪਣੇ ਕਾਲਜ ਲੈਵਲ ਤੱਕ ਦਾ ਇਸ ਤਰੀਕੇ ਨਾਲ ਚੱਲੂਗਾ। ਬਾਕੀ ਇਹਦੇ ਵਿੱਚ ਹੋਰ ਕੀ ਚੇਂਜਸ ਆਉਣਗੇ ਉਹ ਟਾਈਮ ਟੂ ਟਾਈਮ ਆਪਾਂ ਨੂੰ ਪਤਾ ਲੱਗਦੇ ਰਹਿਣਗੇ, ਕਿਉਂਕਿ ਹਲੇ ਸਿਰਫ ਡਰਾਫਟ ਬਣਿਆ, ਜਦੋਂ ਪਾਲਿਸੀ ਪਾਲਿਸੀ ਬਣੀ ਆ ਹਲੇ ਲਾਗੂ ਹੋਊਗੀ, ਜਦੋਂ ਉਸ ਤਰੀਕੇ ਨਾਲ ਇਸ ਹਿਸਾਬ ਨਾਲ ਚੇਂਜ ਵੀ ਹੋਣਗੇ। ਇਹ 'ਚ ਕਈ ਤਰ੍ਹਾਂ ਦੇ ਸਕਾਲਰਸ਼ਿਪ ਦਾ ਇੰਤਜ਼ਾਮ ਵੀ ਕੀਤਾ ਗਿਆ, ਉਹ ਹਲੇ ਲਾਗੂ ਹੁੰਦੀਆਂ ਨੇ ਜਾਂ ਨਹੀਂ ਹੁੰਦੀਆਂ ਉਹ ਉਸ ਟਾਈਮ ਤੇ ਪਤਾ ਲੱਗੂਗਾ। ਇਸ ਤੋਂ ਬਿਨਾਂ ਟੀਚਰਸ ਤੇ ਵੀ ਟੈਸਟ ਹੋਇਆ ਕਰਨਗੇ, ਜਿਹੜੇ ਟੀਚਰ ਪੜ੍ਹਾਉਂਦੇ ਆ ਉਹਨਾਂ ਦੇ ਵੀ ਟੈਸਟ ਹੋਇਆ ਕਰਨਗੇ ਤਾਂ ਕਿ ਉਹ ਵੀ ਅਪ ਟੂ ਡੇਟ ਰਹਿਣ। ਤਾਂ ਇਸ ਤਰੀਕੇ ਨਾਲ ਸਾਰਾ ਸਿਸਟਮ ਕੰਮ ਕਰੂਗਾ। ਬਾਕੀ ਜੇ ਹੋਰ ਕੋਈ ਵੀ ਅਪਡੇਟ ਆਉਂਦੀ ਹੈ ਤਾਂ ਉਸ ਹਿਸਾਬ ਨਾਲ ਮੈਂ ਤੁਹਾਨੂੰ ਇਨਫੋਰਮ ਕਰਦਾ ਰਹੂੰਗਾ। ਓਕੇ ਜੀ, ਥੈਂਕ ਯੂ।